एनडीए ਦੇ ਵਿੱਚ ਸਭ ਤੋਂ ਪੁਰਾਣਾ ਰੋਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਭਾਜਪਾ ਦੇ ਨਾਲ, ਪਰ ਜੇ ਨਾ ਉਹਨਾਂ ਨੇ ਇਸ ਅਲਾਈਅੰਸ ਦਾ ਪ੍ਰਵਾਹ ਕੀਤੀ, ਨਾ ਉਹਨਾਂ ਨੇ ਦਿੱਤੇ ਅਸਤੀਫੇ ਦੀ ਪ੍ਰਵਾਹ ਕੀਤੀ, ਫਿਰ ਵੀ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋ ਰਿਹਾ। ਇਸ ਦਾ ਮਤਲਬ ਇਹੀ ਹੋਇਆ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੋਈ ਇਹਨਾਂ ਦੇ ਅਸਤੀਫੇ ਦੀ। ਬੀਜੇਪੀ ਨੇ ਅਕਾਲੀ ਦਲ ਦੀ ਜਿਹੜੀ ਸੋਚ ਸੀ ਜਾਂ ਭਾਵਨਾ ਸੀ ਉਹਨੂੰ ਨਜ਼ਰਅੰਦਾਜ਼ ਕਰਤਾ। 9 ਮਾਸ ਦਾ ਰਿਸ਼ਤਾ ਸੀਗਾ, 9 ਮਾਸ ਦਾ ਰਿਸ਼ਤਾ ਅਕਾਲੀ ਦਲ ਦਾ ਬੀਜੇਪੀ ਦਾ, ਪਰ ਬੀਜੇਪੀ ਨੇ ਕਿਉਂ ਕੀਤਾ, ਕਿਉਂ ਨਹੀਂ ਆਪਣੇ ਅਕਾਲੀ ਦਲ ਦੀ ਗੱਲ ਸੁਣੀ। ਹੁਣ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ। ਅਕਾਲੀ ਦਲ ਨੇ ਜੋ ਕਹਿਣਾ ਸੀ, ਜਿਹੜਾ ਸਟੈਂਡ ਲੈਣਾ ਸੀ, ਅਕਾਲੀ ਦਲ ਨੇ ਲੈ ਲਿਆ। ਜਿਹੜੀ ਕੁਰਬਾਨੀ ਕਰਨੀ ਸੀ, ਬੀਬਾ ਹਰਸਿਮਰਤ ਬਾਦਲ ਜੀ ਨੇ ਅਸਤੀਫਾ ਦੇ ਦਿੱਤਾ। ਹੁਣ ਜੇ ਤਾਂ ਅਲਾਇੰਸ ਰੱਖਣਾ ਆ ਤੇ ਬੀਜੇਪੀ ਨੂੰ ਪਹਿਲ ਕਦਮੀ ਕਰਨੀ ਪਊਗੀ। ਬੀਜੇਪੀ ਨੂੰ ਅੱਗੇ ਹੋ ਕੇ ਅਕਾਲੀ ਦਲ ਨਾਲ ਗੱਲ ਕਰਨੀ ਪਊ। ਕਿਸਾਨਾਂ ਦੀ ਜਿਹੜੀ ਇਹ ਤੌਖਲੇ ਆ, ਕਿਸਾਨਾਂ ਦਾ ਜਿਹੜਾ ਫਿਕਰ ਆ, ਡਰ ਆ, ਉਹਨੂੰ ਦੂਰ ਕਰਨਾ ਪਊਗਾ। ਰਾਜ ਸਭਾ ਦੇ ਵਿੱਚ ਅੱਜ ਕਿਸਾਨ ਸੁਧਾਰ ਜਿਹੜਾ ਬਿੱਲ ਹੈ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜਿਸ ਤੇ ਚੱਲਦਿਆਂ ਬੇਸਿਕਲੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਦੇ ਵਿੱਚ ਅਸਤੀਫਾ ਵੀ ਦਿੱਤਾ ਗਿਆ ਸੀ, ਪਰ ਇਹ ਜਿਹੜਾ ਰਾਜ ਸਭਾ ਦੇ ਵਿੱਚ ਬਿੱਲ ਜਿਹੜਾ ਹੈ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਦੇ ਬਾਰੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਗਰੀਕਲਚਰ ਵਿੰਗ ਦੇ ਜਨਰਲ ਸੈਕਟਰੀ ਗੁਰਪ੍ਰਤਾਪ ਸਿੰਘ ਵਡਾਲਾ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਡਾਲਾ ਸਾਹਿਬ, ਹਰਸਿਮਰਤ ਕੌਰ ਬਾਦਲ ਵੱਲੋਂ ਇਸ ਚੀਜ਼ ਦੇ ਚੱਲਦਿਆਂ ਅਸਤੀਫਾ ਵੀ ਦੇ ਦਿੱਤਾ ਗਿਆ, ਫਿਰ ਵੀ ਇਹ ਬਿੱਲ ਰਾਜ ਸਭਾ ਦੇ ਵਿੱਚ ਹੁਣ ਮਨਜ਼ੂਰੀ ਇਸ ਬਿੱਲ ਨੂੰ ਦੇ ਦਿੱਤੀ ਗਈ ਹੈ। ਦੇਖੋ, ਹਿੰਦੁਸਤਾਨ ਦੇ ਵਿੱਚ ਮੈਜੋਰਿਟੀ ਕਿਸਾਨ ਇਹਦਾ ਜਿਹੜਾ ਵਿਰੋਧ ਕਰ ਰਹੇ ਨੇ। ਜਿਹੜਾ ਬਿੱਲ ਪੇਸ਼ ਹੋਇਆ, ਪਹਿਲਾਂ ਆਰਡੀਨੈਂਸ ਸੀਗੇ, ਹੁਣ ਬਿੱਲ ਪੇਸ਼ ਕਰਕੇ ਇਹਨਾਂ ਨੇ ਜਿਹੜੀ ਐਨਡੀਏ ਦੀ ਸਰਕਾਰ ਨੇ ਪਾਸ ਕਰਾ ਲਿਆ ਤੇ ਕਿਸਾਨ ਸਮਝਦੇ ਨੇ ਕਿ ਇਸ ਬਿੱਲ ਨੂੰ ਜਦੋਂ ਐਕਟ ਬਣ ਗਿਆ ਬਹੁਤ ਵੱਡਾ ਨੁਕਸਾਨ ਹੋਊਗਾ ਕਿਸਾਨਾਂ ਦਾ। ਜੀ, ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਬਹੁਤ ਵੱਡਾ ਸਟੈਪ ਲਿਆ। ਉਹਨਾਂ ਨੇ ਰਿਜ਼ਾਈਨ ਕੀਤਾ। ਸ਼੍ਰੋਮਣੀ ਅਕਾਲੀ ਦਲ ਐਨਡੀਏ ਦੀ ਸਭ ਤੋਂ ਪੁਰਾਣੀ ਪਾਰਟੀ ਆ ਜੀ, ਤੇ ਅਸੀਂ ਸਮਝਦੇ ਸੀ ਕਿ ਬੀਜੇਪੀ ਜਿਹੜੀ ਸੈਂਟਰ ਵਿੱਚ ਸਰਕਾਰ ਚਲਾ ਰਹੀ ਆ, ਪ੍ਰਧਾਨ ਮੰਤਰੀ ਮੋਦੀ ਜੀ, ਵੀ ਅਕਾਲੀ ਦਲ ਦੀ ਜਿਹੜੀ ਹੈਗੇ ਆ ਤੌਖਲੇ ਨੇ, ਅਕਾਲੀ ਦਲ ਦਾ ਜਿਹੜਾ ਆਪਣੇ ਇਸ ਗੱਲ ਦਾ ਫਿਕਰ ਆ, ਜਾਂ ਅਕਾਲੀ ਦਲ ਕਿਸਾਨਾਂ ਦੀ ਆਪਣੇ ਪਾਰਟੀ ਆ, ਕਿਸਾਨਾਂ ਦੀ ਨੁਮਾਇੰਦਗੀ ਕਰਦਾ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ, ਤੇ ਉਹਦੇ ਕਰਕੇ ਹੀ ਆਪਣੇ ਉਹਨਾਂ ਨੇ ਵਿਰੋਧ ਕੀਤਾ ਇਸ ਬਿੱਲ ਦਾ। ਵੀ ਜਿਹੜੇ ਐਨਡੀਏ ਸਰਕਾਰ ਆ, ਮੋਦੀ ਸਾਹਿਬ ਅਕਾਲੀ ਦਲ ਦੀ ਗੱਲ ਤੇ ਗੌਰ ਕਰਨਗੇ। ਤੇ ਜਦੋਂ ਅਸਤੀਫਾ ਦਿੱਤਾ ਸੀਗਾ ਸਰਦਾਰਨੀ ਬਾਦਲ ਜੀ ਨੇ, ਉਦੋਂ ਮੋਦੀ ਸਾਹਿਬ ਉਹਨਾਂ ਨੂੰ ਬੁਲਾ ਕੇ ਗੱਲ ਕਰਕੇ ਪੁੱਛਣਗੇ ਅਕਾਲੀ ਲੀਡਰਸ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਇੱਥੋਂ ਤੱਕ ਕਿ ਅਸੀਂ ਸਮਝਦੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਵਾਜ਼ ਮਾਰਨਗੇ ਮੋਦੀ ਸਾਹਿਬ, ਤਾਂ ਕਿ ਇਹ ਗੱਲ ਚੰਗੀ ਤਰ੍ਹਾਂ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਜਾਂਦੀ ਬਈ ਇਹਨੂੰ, ਇਸ ਬਿੱਲ ਦਾ, ਇਸ ਆਰਡੀਨੈਂਸਿਸ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਖਾਸ ਤੌਰ ਤੇ ਪੰਜਾਬ ਅਤੇ ਹਰਿਆਣੇ ਵਿੱਚ। ਜੇਕਰ ਗੱਲ ਕੀਤੀ ਜਾਵੇ, ਤੁਹਾਡੇ ਕੋਲ ਅੱਜ ਵੀ ਕੁਝ ਕਿਸਾਨ ਜਿਹੜੇ ਨੇ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਮਿਲਣ ਵੀ ਆਏ ਨੇ, ਤੁਹਾਡੇ ਨਾਲ ਗੱਲਬਾਤ ਵੀ ਕਰਨ ਆਏ ਨੇ। ਜੇਕਰ ਆਪਾਂ ਗੱਲ ਕਰੀਏ, ਹਰਸਿਮਰਤ ਕੌਰ ਬਾਦਲ ਵੱਲੋਂ ਜਿਹੜਾ ਅਸਤੀਫਾ ਵੀ ਦੇ ਦਿੱਤਾ ਗਿਆ। ਹਾਲਾਂਕਿ ਦੇਖਿਆ ਜਾਵੇ ਤਾਂ ਜਿੱਦਾਂ ਤੁਸੀਂ ਆਪ ਵੀ ਦੱਸੇ ਕਿ ਐਨਡੀਏ ਦੇ ਵਿੱਚ ਸਭ ਤੋਂ ਪੁਰਾਣਾ ਰੋਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਭਾਜਪਾ ਦੇ ਨਾਲ, ਪਰ ਜੇ ਨਾ ਉਹਨਾਂ ਨੇ ਇਸ ਅਲਾਇੰਸ ਦਾ ਪ੍ਰਵਾਹ ਕੀਤੀ, ਨਾ ਉਹਨਾਂ ਨੇ ਦਿੱਤੇ ਅਸਤੀਫੇ ਦੀ ਪ੍ਰਵਾਹ ਕੀਤੀ, ਫਿਰ ਵੀ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋ ਰਿਹਾ। ਇਸ ਦਾ ਮਤਲਬ ਇਹੀ ਹੋਇਆ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੋਈ ਇਹਨਾਂ ਦੇ ਅਸਤੀਫੇ ਦੀ। ਦੇਖੋ, ਇਹੀ ਕਹਿ ਸਕਦੇ ਹਾਂ ਕਿ ਬੀਜੇਪੀ ਨੇ ਅਕਾਲੀ ਦਲ ਦੀ ਜਿਹੜੀ ਸੋਚ ਸੀ ਜਾਂ ਭਾਵਨਾ ਸੀ ਉਹਨੂੰ ਨਜ਼ਰਅੰਦਾਜ਼ ਕਰਤਾ, ਤੇ ਕਰਨਾ ਨਹੀਂ ਸੀ ਚਾਹੀਦਾ। ਕਰਕੇ ਅਕਾਲੀ ਦਲ ਨੇ ਬਹੁਤ ਧਰਮ ਦੇ ਨਾਲ ਇਹ ਜਿਹੜਾ ਹੈਗਾ ਆ ਇਹਨਾਂ ਦਾ ਅਲਾਇੰਸ ਨਿਭਾਇਆ, ਇਹਨਾਂ ਦਾ ਗੱਠਜੋੜ ਉਹਨਾਂ ਨੇ ਧਰਮ ਕਰਕੇ ਨਿਭਾਇਆ। ਜਿਵੇਂ ਆਪਾਂ ਕਹਿ ਦਿੰਦੇ 100 ਮਾਸ ਦਾ ਰਿਸ਼ਤਾ ਸੀਗਾ, 9 ਮਾਸ ਦਾ ਰਿਸ਼ਤਾ ਅਕਾਲੀ ਦਲ ਦਾ ਬੀਜੇਪੀ ਦਾ, ਪਰ ਬੀਜੇਪੀ ਨੇ ਕਿਉਂ ਕੀਤਾ, ਕਿਉਂ ਨਹੀਂ ਆਪਣੇ ਅਕਾਲੀ ਦਲ ਦੀ ਗੱਲ ਸੁਣੀ। ਹੁਣ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ। ਬੀਜੇਪੀ ਨੂੰ ਇਹਦਾ ਵਿਰੋਧ ਚੱਲਣਾ ਪੈਣਾ ਆ, ਤੇ ਇੰਨੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ। ਇਹਨੂੰ ਅਕਾਲੀ ਦਲ ਨੇ ਇਹਨਾਂ ਨੂੰ ਕਿਹਾ ਸੀਗਾ, ਸੁਝਾਅ ਦਿੱਤਾ ਸੀਗਾ ਕਿ ਜਾਂ ਤਾਂ ਇਹਨਾਂ ਨੂੰ ਡੈਫਰ ਕਰਕੇ ਸਿਲੈਕਟ ਕਮੇਟੀ 'ਚ ਭੇਜ ਦਿਓ। ਕਮੇਟੀ ਜਿਹੜੀ ਲੋਕ ਸਭਾ ਦੀ ਆ, ਰਾਜ ਸਭਾ ਦੀ ਆ, ਉਹ ਇਹ 'ਤੇ ਚੰਗੀ ਤਰ੍ਹਾਂ ਗੌਰ ਕਰੇ, ਉਸ ਤੋਂ ਬਾਅਦ ਇਹਨੂੰ ਦੁਬਾਰਾ ਆਪਾਂ ਪੇਸ਼ ਕਰ ਸਕਦੇ ਹਾਂ। ਦੂਸਰਾ, ਦੇਖੋ, ਕੋਵਿਡ ਦਾ ਸਮਾਂ ਆ। ਇਸ ਆਪਣੇ ਟਾਈਮ ਵਿੱਚ ਜਿੱਥੇ ਸਾਰਾ ਦੇਸ਼ ਕੋਵਿਡ ਨਾਲ ਲੜ ਰਿਹਾ, ਆਪਣੇ ਇੰਨੇ ਕੇਸ ਵੱਧ ਰਹੇ ਨੇ ਰੋਜ਼ ਹਿੰਦੁਸਤਾਨ ਦੇ, ਤੇ ਬੜਾ ਆਪਾਂ ਸਾਰਿਆਂ ਨੂੰ ਫਿਕਰ ਇਸ ਗੱਲ ਦਾ। ਤੇ ਇਹ ਆਰਡੀਨੈਂਸ ਇੱਦਾਂ ਦੇ ਸਮੇਂ 'ਤੇ ਲੈ ਕੇ ਆਉਣ ਦਾ ਤੁਕ ਕੀ ਬਣਦੀ ਸੀ, ਕੋਈ ਸਾਨੂੰ ਇਹ ਬੜੀ ਇਸ ਗੱਲ ਦੀ ਹੈਰਾਨੀ ਆ। ਸੋ ਚਾਹੀਦਾ ਸੀਗਾ ਕਿ ਅਕਾਲੀ ਦਲ ਦਾ ਜਿਹੜਾ ਫਿਕਰ ਸੀ, ਅਕਾਲੀ ਦਲ ਦਾ ਵਿਰੋਧ ਸੀ, ਉਹਨੂੰ ਬੀਜੇਪੀ ਦੀ ਲੀਡਰਸ਼ਿਪ ਜਗ੍ਹਾ ਦਿੰਦੀ। ਇੰਨੀ ਕਾਹਲ ਵਿੱਚ ਇਹਨੂੰ ਨਾ ਇੰਟਰੋਡਿਊਸ ਕਰਦੇ, ਨਾ ਪਾਸ ਕਰਦੇ। ਇਹ ਤਾਂ ਇੱਦਾਂ ਲੱਗਦਾ ਜਿਵੇਂ ਬੁਲਡੋਜ਼ ਕੀਤੇ ਹੁੰਦੇ ਆ।
ਕਿਉਂਕਿ ਜਿਹੜੇ ਰਾਜ ਸਭਾ ਦੇ ਵਿੱਚ 3 ਜਿਹੜੇ ਅਕਾਲੀ ਮੈਂਬਰ ਸਨ, ਗੁਜਰਾਲ ਸਾਹਿਬ ਸਨ, ਢੀਂਡਸਾ ਸਾਹਿਬ ਸਨ, ਹੋਰ ਵੀ ਜਿਹੜੇ ਅਕਾਲੀ ਦਲ ਦੇ ਮੈਂਬਰ ਨੇ ਉਹ ਵੀ ਉੱਥੇ ਮੌਜੂਦ ਸਨ। ਉਹਨਾਂ ਨੇ ਉੱਥੇ ਵਿਰੋਧ ਵੀ ਕੀਤਾ, ਤਾਂ ਵੀ ਜਿਹੜਾ ਹੈ ਉਹਨਾਂ ਦੀ ਜਿਹੜੀ ਗੱਲ ਨੂੰ ਗੌਰ ਨਹੀਂ ਕੀਤਾ ਗਿਆ, ਫਿਰ ਵੀ ਬਿੱਲ ਪਾਸ ਹੋ ਗਿਆ। ਗੁਜਰਾਲ ਸਾਹਿਬ ਨੇ ਬਹੁਤ ਵਧੀਆ ਗੱਲਾਂ ਆਖੀਆਂ, ਸਾਰੇ ਆਪਣੇ ਪੰਜਾਬੀਆਂ ਨੇ ਗੁਜਰਾਲ ਸਾਹਿਬ ਦੀ ਗੱਲ ਸੁਣੀ ਆ ਤੇ ਉਹਦੀ ਬੜੀ ਸਿਫਤ ਹੋ ਰਹੀ ਆ। ਬਾਕੀ ਵੀ ਚਲੋ ਲੀਡਰਾਂ ਨੇ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦੀ ਵੀ ਅਸੀਂ ਆਪਣੇ ਵਡਿਆਈ ਕਰਦੇ ਹਾਂ। ਜਿਨ੍ਹਾਂ ਲੀਡਰਾਂ ਨੇ ਵਿਰੋਧ ਕੀਤਾ, ਇਹ ਦੇਖੋ ਕਿਸਾਨਾਂ ਦੇ ਮੁੱਦੇ ਤੇ ਪੋਲੀਟਿਕਸ ਨਹੀਂ ਖੇਡਣੀ ਚਾਹੀਦੀ। ਹੁਣ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਨੇ MSP ਦੀ ਗੱਲ ਪਰਸੋਂ ਆਖੀ ਆ ਵੀ ਉਹ ਇਹੀ ਗੱਲ ਕਿਸਾਨ ਚਾਹੁੰਦੇ ਸੀਗੇ, ਅਕਾਲੀ ਦਲ ਚਾਹੁੰਦਾ ਸੀ, ਆਪਾਂ ਚਾਹੁੰਦੇ ਸੀ, ਸਾਰੇ ਕਿਸਾਨ ਖੜੇ ਨੇ, ਜਿਵੇਂ ਤੁਸੀਂ ਆਖਿਆ ਬਜ਼ੁਰਗ ਆਏ ਨੇ ਆਪਣੇ, ਇਹ ਸਾਰੇ ਚਾਹੁੰਦੇ ਸੀ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ ਇਹ ਗੱਲ ਕਹਿਣ ਕਿ MSP ਨਹੀਂ ਬੰਦ ਹੋ ਰਹੀ। ਜਿਹੜੀ ਖਰੀਦ ਪ੍ਰਣਾਲੀ ਆ ਉਹ ਜਿਹੜੀ ਜਿਵੇਂ ਪਹਿਲਾਂ ਚੱਲਦੀ ਆ ਉਵੇਂ ਹੀ ਚੱਲਦੀ ਰਹੂਗੀ। ਜਿਹੜੀ ਆਪਣਾ ਹੈਗਾ ਸਾਰਾ ਸਿਸਟਮ ਉਹਦੇ ਰਹੂਗਾ, ਮੰਡੀਆਂ ਦਾ ਸਿਸਟਮ ਨਹੀਂ ਚੇਂਜ ਹੋਊਗਾ। ਪਰ ਮੋਦੀ ਸਾਹਿਬ ਨੂੰ ਸਰਦਾਰਨੀ ਬਾਦਲ ਦੇ ਅਸਤੀਫੇ ਤੋਂ ਬਾਅਦ ਇਹ ਕਹਿਣਾ ਪਿਆ। ਬਹੁਤ ਚੰਗਾ ਹੁੰਦਾ ਜੇ ਅੱਜ ਤੋਂ 4 ਹਫ਼ਤੇ ਪਹਿਲਾਂ, 1.5 ਮਹੀਨਾ ਪਹਿਲਾਂ ਜਾਂ 1 ਮਹੀਨਾ ਪਹਿਲਾਂ ਮੋਦੀ ਸਾਹਿਬ ਇੱਥੇ ਗੱਲ ਕਰਦੇ ਤੇ ਕਿਸਾਨਾਂ ਦੀ ਤਸੱਲੀ ਕਾਫੀ ਹੱਦ ਤੱਕ ਹੋ ਜਾਣੀ ਸੀਗੀ। ਪਰ ਫਿਰ ਵੀ ਇੰਨੀ ਕਾਹਲੀ ਵਿੱਚ ਇਹ ਆਰਡੀਨੈਂਸ ਨਹੀਂ ਸੀ ਲੈ ਕੇ ਆਉਣੇ ਚਾਹੀਦੇ। ਅੱਜ ਤਕਰੀਬਨ ਮੈਜੋਰਿਟੀ ਕਿਸਾਨ, ਜੇ ਆਪਾਂ ਕਹੀਏ 100% ਕਿਸਾਨ ਅੱਜ ਜਿਹੜੇ ਪੰਜਾਬ ਅਤੇ ਹਰਿਆਣੇ ਦੇ, ਕੁਛ ਉੱਤਰ ਪ੍ਰਦੇਸ਼ ਦੇ, ਇਸ ਜਿਹੜੇ ਹੈਗੇ ਬਿੱਲ ਦੇ ਵਿਰੋਧ ਆ ਤੇ ਉਹਨਾਂ ਨੂੰ ਜਿਹੜਾ BJP ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪੈਣਾ। ਆਉਣ ਵਾਲੇ ਟਾਈਮ 'ਚ ਵਿਰੋਧ ਹੋਰ ਤਿੱਖਾ ਹੋਊਗਾ। ਜੇ ਮੈਂ ਗੱਲ ਕਰਾਂ ਵਿਰੋਧੀ ਧਿਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ ਉਦੋਂ ਸੁਖਬੀਰ ਸਿੰਘ ਬਾਦਲ ਵੀ ਉੱਥੇ ਮੌਜੂਦ ਸਨ, ਹਰਸਿਮਰਤ ਕੌਰ ਬਾਦਲ ਵੀ ਉੱਥੇ ਮੌਜੂਦ ਸਨ ਤੇ ਉਸ ਸਮੇਂ ਬਾਦਲ ਸਾਹਿਬ ਵੱਲੋਂ ਹੀ ਜਿਹੜਾ ਹੈ ਇਸ ਆਰਡੀਨੈਂਸ ਦੇ ਬਿੱਲ ਜਿਹੜੇ ਨੇ ਉਹ ਪੜ੍ਹ ਕੇ ਸੁਣਾਏ ਗਏ ਸਨ। ਤੇ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਜਿਹੜੇ ਬਿੱਲ ਨੇ ਉਹ ਕਿਸਾਨ ਦੇ ਹਿਮਾਇਤੀ ਨੇ, ਨਾ ਕਿ ਕਿਸਾਨ ਵਿਰੋਧੀ ਨੇ। ਪਰ ਅੱਜ ਉਸੇ ਜਦੋਂ ਬਿੱਲ ਦੀ ਪਾਸ ਹੋਣ ਦੀ ਵਾਰੀ ਆਈ ਤੇ ਜਿਹੜਾ ਹੈ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਜਿਸ ਨੂੰ ਕਿ ਉਹਨਾਂ ਵੱਲੋਂ ਇੱਕ ਸਟੰਟ ਵੀ ਦੱਸਿਆ ਜਾ ਰਿਹਾ ਹੈ। ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪਹਿਲਾਂ ਵੀ ਕੇਂਦਰ ਦੀ ਲੀਡਰਸ਼ਿਪ ਨੂੰ, ਜਿਹੜੇ ਖੇਤੀਬਾੜੀ ਮੰਤਰੀ ਆ, ਜਾਂ ਨੱਡਾ ਸਾਹਿਬ ਨੇ BJP ਦੇ ਪ੍ਰਧਾਨ, ਤੋਮਰ ਸਾਹਿਬ ਮੰਤਰੀ, ਜਾਂ ਅਮਿਤ ਸ਼ਾਹ ਜੀ ਜਿਹੜੇ ਉੱਥੇ ਆਪਣੇ ਸੇਵਾ ਕਰ ਰਹੇ ਨੇ, ਉਹਨਾਂ ਨੂੰ ਕਿਹਾ ਸੀ ਕਿ ਭਾਈ ਪੰਜਾਬ ਦੇ ਕਿਸਾਨਾਂ ਦੇ ਮਨਾਂ 'ਚ ਬੜਾ ਇਹਦਾ ਵਿਰੋਧ ਆ, ਵੀ ਤੁਸੀਂ ਉਹ ਵਿਰੋਧ ਪਹਿਲਾਂ ਦੂਰ ਕਰੋ, ਉਹ ਸ਼ੰਕੇ ਪਹਿਲਾਂ ਖਤਮ ਕਰੋ, ਜਿਹੜਾ ਉਹਨਾਂ ਦੇ ਮਨ 'ਚ ਭਰਮ ਆ ਉਹਨੂੰ ਆਪ ਸਾਫ਼ ਕਰੀਏ, ਤਾਂ ਹੀ ਆਪਾਂ ਨੂੰ ਇਹ ਕਿਸਾਨਾਂ ਦਾ ਜਿਹੜਾ ਹੈਗਾ ਸਪੋਰਟ ਮਿਲ ਸਕੂਗੀ। ਕਿਸਾਨ ਆਪਾਂ ਨੇ ਤਾਂ ਹੀ ਕੋਆਪਰੇਟ ਕਰਨਗੇ। ਠੀਕ ਹੈ, ਅਸੀਂ ਉਹਨਾਂ ਦੇ ਲਾਈਨਸ ਦਾ ਹਿੱਸਾ ਸੀਗੇ, ਅਸੀਂ ਕਿਸਾਨਾਂ ਨੂੰ ਵੀ ਕੋਸ਼ਿਸ਼ ਕੀਤੀ ਸਮਝਾਉਣ ਦੀ। ਪਰ ਜੇ ਆਪਣੇ BJP ਨੇ ਬਿੱਲ ਲੈ ਕੇ ਆਉਂਦੇ ਆ ਤੇ BJP ਦਾ ਫਰਜ਼ ਬਣਦਾ ਸੀਗਾ ਕਿ ਇਹਨਾਂ 'ਤੇ ਡਿਸਕਸ਼ਨ ਹੁੰਦੀ, ਜ਼ਿਲ੍ਹਿਆਂ 'ਚ ਹੁੰਦੀ, ਤਹਿਸੀਲਾਂ 'ਚ ਹੁੰਦੀ, ਬਲਾਕਾਂ 'ਚ ਹੁੰਦੀ, ਯੂਨੀਵਰਸਿਟੀਜ਼ ਵਿੱਚ ਹੁੰਦੀ, ਕਾਲਜਾਂ 'ਚ ਹੁੰਦੀ। ਜਦੋਂ ਕੋਵਿਡ ਦਾ ਜਿਹੜਾ ਆਪਣਾ ਡਰ ਆ ਦੂਰ ਹੋ ਜਾਂਦਾ, ਜਦੋਂ ਆ ਮਹਾਮਾਰੀ ਖਤਮ ਹੋ ਜਾਂਦੀ, ਫਿਰ ਇਹਨੂੰ ਲੈ ਕੇ ਲੋਕਾਂ 'ਚ ਆਉਂਦੇ ਵੀ ਭਾਈ ਅਸੀਂ ਆਹ ਕੰਮ ਕਰਨ ਲੱਗੇ ਹਾਂ, ਅਗਰ ਤੁਹਾਨੂੰ ਚੰਗਾ ਲੱਗਦਾ ਤੇ ਸਾਡਾ ਸਾਥ ਦਿਓ, ਜੇ ਨਹੀਂ ਚੰਗਾ ਲੱਗਦਾ ਤੇ ਸਾਨੂੰ ਦੱਸੋ ਵੀ ਇਹਦਾ ਵਿਰੋਧ ਕਿਉਂ ਕਰਦੇ ਹੋ। ਉਸ ਤੋਂ ਬਾਅਦ ਇਹ ਬਿੱਲ ਲੈ ਕੇ ਆਉਣੇ ਚਾਹੀਦੇ ਸੀਗੇ। ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ, ਪਰ ਉਹ ਨਹੀਂ ਸਮਝੇ। ਉਹ ਕਹਿੰਦੇ ਨਹੀਂ ਠੀਕ ਆ, ਸਾਰੇ ਬਿੱਲ ਚੰਗੇ ਆ, ਕਿਸਾਨਾਂ ਦੇ ਆਪਣੇ ਹਿੱਤ ਵਿੱਚ ਨੇ। ਤੇ ਫਿਰ ਜਦੋਂ ਕਿਸਾਨਾਂ ਦਾ ਇਹਨਾਂ ਵਿਰੋਧ ਹੋਇਆ ਤੇ ਅਕਾਲੀ ਦਲ ਨੂੰ ਤਾਂ ਕਿਸਾਨਾਂ ਦੇ ਪੱਖ ਵਿੱਚ ਖੜਨਾ ਪੈਣਾ ਸੀਗਾ। ਇਸ ਕਰਕੇ BJP ਦੀ ਜ਼ਿੰਮੇਵਾਰੀ ਬਣਦੀ ਸੀ। ਅੱਜ ਵੀ ਅਸੀਂ ਕਹਿੰਦੇ ਹਾਂ BJP ਅੱਜ ਵੀ ਆਪਣੀ ਪੀੜੀ ਥੱਲੇ ਸੋਟਾ ਫੇਰੇ, ਇਹਨਾਂ ਤੇ ਦੁਆਰਾ ਨਜ਼ਰ ਮਾਰੇ, ਇਹਨਾਂ ਆਪਣੇ ਜਿਹੜਾ ਐਕਟ ਬਣਾਉਣ ਜਾ ਰਹੇ ਆ, ਤਾਂ ਕਿ ਜੋ ਕਿਸਾਨ ਵਿਚਾਰੇ ਆਪਣੇ ਬਜ਼ੁਰਗ ਬੀਬੀਆਂ ਸੜਕਾਂ ਤੇ ਕਈ ਦਿਨਾਂ ਤੋਂ ਧਰਨੇ ਦੇ ਕੇ ਬੈਠੇ ਨੇ, ਜਿਨ੍ਹਾਂ ਦੇ ਮਨ ਵਿੱਚ ਬੜੇ ਤੌਖਲੇ ਨੇ, ਜਿਨ੍ਹਾਂ ਦੇ ਮਨ ਵਿੱਚ ਬੜਾ ਡਰ ਹੈ, ਫਿਕਰ ਆ, BJP ਦੀ ਲੀਡਰਸ਼ਿਪ ਉਹ ਜਿਹੜਾ ਡਰ ਆ ਦੂਰ ਕਰੇ। ਉਹਨਾਂ ਦਾ ਜਿਹੜਾ ਵਿਰੋਧ ਆ ਉਹਨਾਂ ਦੀ ਤਸੱਲੀ ਕਰਾਵੇ, ਤਾਂ ਕਿ ਵਿਰੋਧ ਉਹਨਾਂ ਦਾ ਘਟੇ ਕਿਸਾਨਾਂ ਦਾ। ਫਿਰ ਹੀ ਇਹ ਜਿਹੜੇ ਆਪਣੇ ਬਿੱਲ ਐਕਟ ਵਿੱਚ ਇਹਨਾਂ ਨੂੰ ਬਦਲਣ ਦਾ ਫਾਇਦਾ, ਫਿਰ ਹੀ ਲਾਗੂ ਕਰਨ ਦਾ ਫਾਇਦਾ ਆ। ਇਹਦੀ ਜ਼ਿੰਮੇਵਾਰੀ ਬਣਦੀ ਹੈ BJP ਦੀ, ਪਹਿਲਾਂ ਵੀ BJP ਦੀ ਬਣਦੀ ਸੀ, ਅੱਜ BJP ਦੀ ਜ਼ਿੰਮੇਵਾਰੀ ਹੋਰ ਬਣਦੀ ਆ। ਅਕਾਲੀ ਦਲ ਨੇ ਆਪਣਾ ਜਿਹੜਾ ਅਲਾਇੰਸ ਦਾ ਧਰਮ ਨਿਭਾਇਆ, ਕੋਸ਼ਿਸ਼ ਕੀਤੀ ਕਿਸਾਨਾਂ ਨੂੰ ਸਮਝਾਉਣ ਦੀ, ਲੇਕਿਨ ਕਿਸਾਨ ਨਹੀਂ ਇਸ ਗੱਲ ਤੇ ਮੰਨੇ ਤੇ BJP ਕਿਸਾਨਾਂ ਨੂੰ ਸਮਝਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਤੁਸੀਂ ਕਿਸਾਨਾਂ ਦੇ ਵਿਰੋਧ ਦੀ ਗੱਲ ਕੀਤੀ, ਕਿਸਾਨਾਂ ਨੇ ਹੁਣ ਤਾਂ ਇਹ ਵੀ ਅਨਾਉਂਸਮੈਂਟ ਕਰ ਦਿੱਤੀ ਕਿ 25 ਤਰੀਕ ਨੂੰ, ਜਿਹੜੀ ਆਉਂਦੀ 25 ਤਰੀਕ ਹੈ, ਰੇਲ ਰੋਕੋ ਅੰਦੋਲਨ ਵੀ ਕੀਤਾ ਜਾਊਗਾ ਉਹਨਾਂ ਵੱਲੋਂ। ਤੇ ਕੁਝ ਸਮੇਂ ਤੋਂ ਜਦੋਂ ਇਹ ਬਿੱਲ ਦੀਆਂ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਸੀਗੀਆਂ, ਉਸ ਤੋਂ ਬਾਅਦ ਕਿਸਾਨਾਂ ਦੇ ਮਜ਼ਦੂਰੀ ਜਿਹੜੀ ਯੂਨੀਅਨ ਹੈਗੀ ਹੈ ਉਹਨਾਂ ਵੱਲੋਂ ਲਗਾਤਾਰ ਜਿਹੜੇ ਧਰਨੇ ਵੀ ਦਿੱਤੇ ਜਾ ਰਹੇ ਸੀ, ਰੋਸ਼ ਵੀ ਕੀਤਾ ਜਾ ਰਿਹਾ ਸੀ। ਉਹਨਾਂ ਨੇ ਜੇਲ੍ਹ ਭਰੋ ਅੰਦੋਲਨ ਵੀ ਕਰਾਇਆ ਸੀ, ਜਿਸ ਤੋਂ ਬਾਅਦ ਕੈਪਟਨ ਸਾਹਿਬ ਦਾ ਇਹ ਕਹਿਣਾ ਹੋਇਆ ਕਿ ਆਪਾਂ ਇਹਨਾਂ ਤੇ ਕਾਰਵਾਈ ਨਹੀਂ ਕਰਾਂਗੇ। ਉਸ ਤੋਂ ਹੁਣ ਵੀ ਜੇ 25 ਤਰੀਕ ਨੂੰ ਜੇ ਕਿਸਾਨ ਰੋਸ਼ ਦਾ ਪ੍ਰਗਟਾਵਾ ਕਰਦੇ ਨੇ, ਜੇ ਰੇਲ ਰੋਕੋ ਅੰਦੋਲਨ ਕਰਦੇ ਨੇ, ਕੀ ਅਕਾਲੀ ਦਲ ਉਹਨਾਂ ਦਾ ਸਾਥ ਦਊਗਾ? ਅਕਾਲੀ ਦਲ ਪੂਰਾ ਕਿਸਾਨਾਂ ਦਾ ਸਾਥ ਦਊਗਾ। ਪਹਿਲਾਂ ਵੀ ਜਦੋਂ ਧਰਨੇ ਲਾਏ ਗਏ ਨੇ ਉਹਦੇ ਵਿੱਚ ਅਕਾਲੀ ਵਰਕਰ
ਪੂਰੇ ਸ਼ਾਮਲ ਹੋਏ ਨੇ। ਲੇਕਿਨ ਹੁਣ ਅਕਾਲੀ ਦਲ ਪਾਰਟੀ ਵੱਲੋਂ ਇੱਕ ਵੱਖਰਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੰਘਰਸ਼ ਦਾ। ਉਹ ਜਿੱਦਾਂ ਦਾ ਵੀ ਹੋਇਆ ਪਾਰਟੀ ਡਿਸਕਸ ਕਰਕੇ ਉਹ ਜਿਹੜਾ ਜਾਰੀ ਕਰੂਗੀ। ਲੇਕਿਨ ਜਿਹੜਾ ਵੀ ਆਪਣਾ ਵਿਰੋਧ ਸੰਘਰਸ਼ ਜਾਂ ਜਿਹੜਾ ਵੀ ਐਜੀਟੇਸ਼ਨ ਕਿਸਾਨ ਸਾਡੀਆਂ ਜਥੇਬੰਦੀਆਂ ਕਿਸਾਨ ਵੀਰ ਕਰ ਰਹੇ ਨੇ, ਅਕਾਲੀ ਦਲ ਉਹਨਾਂ ਦਾ ਪੁਰਜ਼ੋਰ ਸਮਰਥਨ ਕਰੂਗਾ। ਜੇ ਗੱਲ ਕਰੀਏ, ਤੁਸੀਂ ਆਪ ਕਿਹਾ ਕਿ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ NDA ਦੇ ਵਿੱਚ ਅਕਾਲੀ ਦਲ ਦਾ ਬਹੁਤ ਪੁਰਾਣਾ ਰੋਲ ਰਿਹਾ, BJP ਦੇ ਨਾਲ ਬਹੁਤ ਦੇਰ ਤੋਂ ਸਾਥ ਨਿਭਾਉਂਦੀ ਆ ਰਹੀ ਹੈ। ਜੇ ਗੱਲ ਕਰੀਏ ਇਸ ਬਿੱਲ ਨੂੰ ਲੈ ਕੇ ਤੇ BJP ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇੱਕ ਹਿਸਾਬ ਨਾਲ ਸਾਈਡ ਤੇ ਕਰ ਦਿੱਤਾ, ਜਿਸ ਤੋਂ ਬਾਅਦ ਇਹ ਬਿੱਲ ਰਾਜ ਸਭਾ ਦੇ ਵਿੱਚ ਆ ਗਿਆ, ਜਿਸ ਦੇ ਕਰਕੇ ਹਰਸਿਮਰਤ ਕੌਰ ਬਾਦਲ ਨੇ ਵੀ ਅਸਤੀਫਾ ਦਿੱਤਾ। ਕੀ ਇਸ ਦਾ ਜਿਹੜਾ ਜੋ ਵੀ ਇਹ ਬਿੱਲ ਪਾਸ ਹੋ ਜਾਂਦਾ ਹੈ, ਜੇ ਐਕਟ 'ਚ ਤਬਦੀਲ ਹੋ ਜਾਂਦਾ ਹੈ ਤੇ ਇਹਦਾ ਅਸਰ ਜਿਹੜਾ ਅਲਾਇੰਸ ਦੇ ਉੱਤੇ ਪਊਗਾ? ਕੀ ਉਹ ਅਲਾਇੰਸ ਅੱਗੇ ਜਾ ਕੇ BJP ਅਕਾਲੀ ਦਲ ਦਾ ਅਲਾਇੰਸ ਰਹੂਗਾ ਜਾਂ ਉਸ ਤੇ ਡਿਮੋਲਿਸ਼ਿੰਗ ਵੀ ਹੋ ਸਕਦੀ ਹੈ? ਦੇਖੋ, ਇਹ ਬੜਾ ਅਹਿਮ ਸਵਾਲ ਆ ਜਿਹੜਾ ਤੁਸੀਂ ਕੀਤਾ। ਇਹਦਾ ਵੱਡੀ ਇਹਦੀ ਜ਼ਿੰਮੇਵਾਰੀ ਬਣਦੀ ਹੈ BJP ਦੀ। ਇਹ ਜਿਹਦਾ ਕਹਿੰਦੇ ਆ ਬਾਲ ਇਜ਼ ਇਨ ਦਾ BJP's ਕੋਰਟ। ਅਕਾਲੀ ਦਲ ਨੇ ਜੋ ਕਹਿਣਾ ਸੀ, ਜਿਹੜਾ ਸਟੈਂਡ ਲੈਣਾ ਸੀ, ਅਕਾਲੀ ਦਲ ਨੇ ਲੈ ਲਿਆ। ਜਿਹੜੀ ਕੁਰਬਾਨੀ ਕਰਨੀ ਸੀ, ਬੀਬਾ ਹਰਸਿਮਰਤ ਬਾਦਲ ਜੀ ਨੇ ਅਸਤੀਫਾ ਦੇ ਦਿੱਤਾ। ਹੁਣ ਜੇ ਤਾਂ ਅਲਾਇੰਸ ਰੱਖਣਾ ਆ ਤੇ BJP ਨੂੰ ਪਹਿਲ ਕਦਮੀ ਕਰਨੀ ਪਊਗੀ। BJP ਨੂੰ ਅੱਗੇ ਹੋ ਕੇ ਅਕਾਲੀ ਦਲ ਨਾਲ ਗੱਲ ਕਰਨੀ ਪਊ। ਕਿਸਾਨਾਂ ਦੀ ਜਿਹੜੀ ਇਹ ਤੌਖਲੇ ਆ, ਕਿਸਾਨਾਂ ਦਾ ਜਿਹੜਾ ਫਿਕਰ ਆ, ਡਰ ਆ, ਉਹਨੂੰ ਦੂਰ ਕਰਨਾ ਪਊਗਾ। ਅਸੀਂ ਤਾਂ ਚਾਹੁੰਦੇ ਅਲਾਇੰਸ ਰਵੇ। ਅਲਾਇੰਸ ਇੰਨਾ ਪੁਰਾਣਾ ਆ, ਅਕਾਲੀ ਦਲ ਨੇ ਸਾਥ ਦਿੱਤਾ। ਠੀਕ ਆ, ਮੋਦੀ ਸਾਹਿਬ ਨੇ ਵੀ ਬੜੇ ਕੰਮ ਕੀਤੇ ਆ ਪੰਜਾਬ ਲਈ, ਸਿੱਖਾਂ ਲਈ, ਇਸ ਗੱਲ ਨੂੰ ਮੰਨਦੇ ਅਸੀਂ। ਲੇਕਿਨ ਇਹ ਜੇ ਅਲਾਇੰਸ ਨੂੰ ਆਪਾਂ ਆਉਣ ਵਾਲੇ ਸਮੇਂ ਤੱਕ ਇਹਨੂੰ ਬਰਕਰਾਰ ਰੱਖਣਾ, ਇਹਦੀ ਵੱਡੀ ਜ਼ਿੰਮੇਵਾਰੀ BJP ਦੀ ਆ, ਉਹਨਾਂ ਤੇ ਡਿਪੈਂਡ ਕਰਦਾ ਆ। ਬਹੁਤ ਬਹੁਤ ਧੰਨਵਾਦ ਵਡਾਲਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਸੋ ਇਹ ਸਨ ਸਾਡੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜੇਕਰ ਇਹ ਬਿੱਲ ਐਕਟ ਦੇ ਵਿੱਚ ਤਬਦੀਲ ਹੋਣ ਦੀ ਕੋਸ਼ਿਸ਼ ਹੁੰਦੀ, ਹਾਲਾਂਕਿ ਰਾਜ ਸਭਾ ਦੇ ਵਿੱਚ ਇਸ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਜਿਸ ਦੇ ਚੱਲਦਿਆਂ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਾਰੀ ਹੈ ਤੇ ਜੇ ਇਹ ਵਿਰੋਧ ਅੱਗੇ ਜਾਰੀ ਰਹੇਗਾ ਤੇ ਅਕਾਲੀ ਦਲ ਜਿਹੜਾ ਹੈ ਕਿਸਾਨਾਂ ਦਾ ਪੂਰਾ ਸਾਥ ਦੇਗਾ। ਕੈਮਰਾ ਪਰਸਨ ਪਵਨ ਕਨੌਜੀਆ ਦੇ ਨਾਲ ਮੈਂ ਸਾਇਨ ਨਰੂਲਾ, ਦੈਨਿਕ ਸਵੇਰਾ TV, ਜਲੰਧਰ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।